हेलो एवरीवन, वेलकम टू माय चैनल जीके गुरु जी। अज आप कंटिन्यू करांगे बेस्ट एमसीक्यूज़ ऑफ साइंस फॉर पीसीएस 2020 ਜਿਹੜਾ ਆਪਣਾ ਆਉਣ ਵਾਲਾ ਜਿਹਦੀ ਟੈਂਟੇਟਿਵ ਡੇਟਸ ਹੈਗੀਆਂ ਸਤੰਬਰ 2020। ਸੋ ਆਪਾਂ ਬਹੁਤ ਹੀ ਡਟ ਕੇ ਪ੍ਰਿਪਰੇਸ਼ਨ ਕਰਨੀ ਹੈ ਸਾਇੰਸ ਵੱਲੋਂ ਤੇ ਆਪਾਂ ਜਿਹੜੇ ਆਪਣੇ ਕਰੰਟ ਅਫੇਅਰ ਹੈਗੇ ਆ ਉਹ ਵੀ ਆਪਾਂ ਪੋਸਟ ਕਰਾਂਗੇ। ਪਹਿਲਾਂ ਆਪਾਂ ਸਾਇੰਸ ਦੇ 2 ਲੈਕਚਰ ਕਰਵਾ ਚੁੱਕੇ ਹਾਂ, ਜਿਵੇਂ ਕਿ ਮੇਜ਼ਰਮੈਂਟ ਯੂਨਿਟਸ ਤੇ ਦੂਜਾ ਟੌਪਿਕ ਹੈਗਾ ਸੀਗਾ ਮੇਜ਼ਰਮੈਂਟ ਡਿਵਾਈਸਿਸ। ਜਿਹੜਾ ਆਪਣਾ ਸੋਰਸ ਹੈਗਾ ਟੌਪਿਕ ਦਾ ਪ੍ਰੀਵੀਅਸ ਈਅਰ ਪੇਪਰਸ ਆਫ ਦਾ यूपीएससी, पीपीएससी, यूपीपीसीएस, बिहार पीसीएस, एमपीपीसीएस एंड अदर स्टेट पीसीएस जिमें कि झारखंड पीसीएस। सो जिन्ने भी अपने लिए रैलेवेंट क्वेश्चन है आप छांट के ਤੁਹਾਨੂੰ करवा रहे हैं जो अपने लिए रैलेवेंट हो सकते हैं पंजाब पीसीएस 2020 वास्ते। सो आप स्टार्ट करते हैं अज का टॉपिक। सो जो अपना पहला क्वेश्चन है एनर्जी ऑफ विंड इज़ ਕਿਹੜੀ એનર્ਜੀ ਹੁੰਦੀ ਹੈ ਵਿੰਡ ਦੇ ਵਿੱਚ। ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ, ਓਨਲੀ ਪੋਟੈਂਸ਼ੀਅਲ, ਓਨਲੀ ਕਾਈਨੈਟਿਕ, ਇਲੈਕਟ੍ਰੀਕਲ એનર્ਜੀ, ਪੋਟੈਂਸ਼ੀਅਲ એનર્ਜੀ ਐਂਡ ਦਾ ਕਾਈਨੈਟਿਕ એનર્ਜੀ। ਜਿਹੜੀ એનર્ਜੀ ਦੇ ਵਿੰਡ ਦੇ ਵਿੱਚ એનર્ਜੀ ਹੁੰਦੀ ਹੈ ਉਹ ਹੁੰਦੀ ਹੈ ਕਾਈਨੈਟਿਕ એનર્ਜੀ, ਓਨਲੀ ਕਾਈਨੈਟਿਕ એનર્ਜੀ। ਜਦੋਂ ਵਿੰਡ ਮੂਵ ਕਰਦੀ ਹੈ ਉਦੋਂ ਹੁੰਦੀ ਹੈ ਉਹਦੇ ਕੋਲ ਕਾਈਨੈਟਿਕ એનર્ਜੀ। ਸੋ ਆਪਾਂ ਪੜ੍ਹ ਲੈਂਦੇ ਹਾਂ, ਜਿੰਨੀਆਂ ਵੀ ਆਬਜੈਕਟ ਮੂਵ ਕਰਦੇ ਆ ਸਾਰਿਆਂ ਦੇ ਵਿੱਚ ਕਾਈਨੈਟਿਕ એનર્ਜੀ ਮੂਵ ਹੁੰਦੀ ਹੈ। ਜਿਹੜੇ ਆਬਜੈਕਟ ਹਾਈਟ ਤੇ ਹੁੰਦੇ ਆ ਉਹਨਾਂ ਵਿੱਚ ਹੁੰਦੀ ਹੈ ਪੋਟੈਂਸ਼ੀਅਲ એનર્ਜੀ। ਜਿਹੜਾ ਡੈਮਸ ਦੇ ਵਿੱਚ ਪਾਣੀ ਵੀ ਮੂਵ ਕਰ ਰਿਹਾ ਹੁੰਦਾ ਉਹਦੇ ਵਿੱਚ ਵੀ ਹੁੰਦੀ ਹੈ ਜਿਹੜੀ ਆਪਣੀ ਕਾਈਨੈਟਿਕ એનર્ਜੀ। ਬਹੁਤ ਹੀ ਇੰਪੋਰਟੈਂਟ ਕਨਸੈਪਟ ਹੈਗਾ ਕਾਈਨੈਟਿਕ એનર્ਜੀ ਦਾ। ਆਪਾਂ ਇਹਨੂੰ ਹੋਰ ਵੀ ਪੜ੍ਹਦੇ ਹਾਂ। ਕਾਈਨੈਟਿਕ એનર્ਜੀ ਦਾ ਫਾਰਮੂਲਾ ਹੁੰਦਾ ਹਾਫ mv², ਪੋਟੈਂਸ਼ੀਅਲ એનર્ਜੀ ਦਾ ਫਾਰਮੂਲਾ ਹੁੰਦਾ mgh। ਆਪਾਂ ਹੁਣ ਪੜ੍ਹਦੇ ਹਾਂ ਇਹਦੀ ਜਿਹੜੀ ਐਕਸਪਲੇਨੇਸ਼ਨ ਦਿੱਤੀ ਹੋਈ ਹੈ ਥੱਲੇ ਤੁਹਾਡੀ ਕਨਵੀਨੀਅੰਸ ਦੇ ਲਈ। all the moving things have a kinetic energy. It is energy possessed by the any object due to its motion or the movement. ਜਿੰਨੀਆਂ ਵੀ ਮੂਵ ਕਰਦੀਆਂ ਚੀਜ਼ਾਂ ਉਹਨਾਂ ਦੇ ਵਿੱਚ ਹੁੰਦੀ ਹੈ ਕਾਈਨੈਟਿਕ એનર્ਜੀ। એનર્ਜੀ ਪੋਜ਼ੈਸ ਕਿਤੋਂ ਹੁੰਦੀ ਹੈ ਜਦੋਂ ਇਹ ਚੀਜ਼ਾਂ ਮੋਸ਼ਨ ਦੇ ਵਿੱਚ ਹੁੰਦੀਆਂ ਜਾਂ ਮੂਵ ਕਰ ਰਹੀਆਂ ਹੁੰਦੀਆਂ। ਵਿੰਡ એનર્ਜੀ ਇਜ਼ ਦਾ ਕਾਈਨੈਟਿਕ એનર્ਜੀ, ਏਅਰ ਇਨ ਦਾ ਮੋਸ਼ਨ। ਦਾ ਕਾਈਨੈਟਿਕ એનર્ਜੀ ਆਫ ਦਾ ਵਿੰਡ ਕੈਨ ਬੀ ਕਨਵਰਟਡ ਇਨਟੂ ਮਕੈਨੀਕਲ ਐਂਡ ਦਾ ਇਲੈਕਟ੍ਰੀਕਲ એનર્ਜੀ। ਜਿਹੜੀ ਆਪਣੀ ਵਿੰਡ એનર્ਜੀ ਹੁੰਦੀ ਹੈ ਉਹ ਇਲੈਕਟ੍ਰੀਕਲ ਤੇ ਮਕੈਨੀਕਲ એનર્ਜੀ ਦੇ ਵਿੱਚ ਕਨਵਰਟ ਕੀਤੀ ਜਾ ਸਕਦੀ ਹੈ ਜਿਹੜੇ ਆਪਣੇ ਵਿੰਡ ਫਾਰਮਸ ਹੁੰਦੇ ਆ ਉਹਨਾਂ ਦੁਆਰਾ। ਸੋ ਮੈਂ ਲੱਗਦੀਆਂ 2 ਗੱਲਾਂ ਤੁਹਾਨੂੰ ਹੋਰ ਵੀ ਦੱਸਣਾ ਚਾਹੂੰਗਾ ਵੀ ਜਿਹੜੀ ਸਭ ਤੋਂ ਜ਼ਿਆਦਾ ਵਿੰਡ એનર્ਜੀ ਪ੍ਰੋਡਿਊਸ ਕੀਤੀ ਜਾਂਦੀ ਹੈ ਕਿਹੜੀ ਸਟੇਟ ਪ੍ਰੋਡਿਊਸ ਕਰਦੀ ਹੈ, ਤਾਮਿਲਨਾਡੂ। ਤੇ ਜਿਹੜਾ ਸਭ ਤੋਂ ਵੱਡਾ ਵਿੰਡ ਫਾਰਮ ਹੈਗਾ ਉਹ ਕਿੱਥੇ ਹੈਗਾ, ਉਹ ਹੈਗਾ ਰਾਜਸਥਾਨ ਦੇ ਵਿੱਚ ਜੈਸਲਮੇਰ ਦੇ ਵਿੱਚ। ਲਾਰਜੈਸਟ ਵਿੰਡ ਫਾਰਮ ਕਿੱਥੇ ਹੈਗਾ, ਜੈਸਲਮੇਰ ਦੇ ਵਿੱਚ। ਸਭ ਤੋਂ ਜ਼ਿਆਦਾ ਜਿਹੜੀ ਵਿੰਡ એનર્ਜੀ ਪ੍ਰੋਡਿਊਸ ਸਟੇਟ ਕਰਦੀ ਹੈ ਉਹ ਹੈਗੀ ਤਾਮਿਲਨਾਡੂ। ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਸੋ ਇਹ ਮੈਨ ਇਜ਼ ਸਟੈਂਡਿੰਗ ਔਨ ਅ ਸੈਂਸਿਟਿਵ ਬੈਲੈਂਸ ਇਫ ਹੀ ਇਨਹੇਲਸ ਡੀਪਲੀ ਦ ਰੀਡਿੰਗ ਆਫ ਦ ਬੈਲੈਂਸ। ਜੇ ਕੋਈ ਮੈਨ ਕਿਸੇ ਕੰਢੇ ਤੇ ਖੜਾ ਹੈ ਤਾਂ ਉਹ ਸਾਹ ਲੈਂਦਾ, ਅੰਦਰ ਨੂੰ ਸਾਹ ਲੈਂਦਾ ਤਾਂ ਉਹਦੀ ਜਿਹੜੀ ਰੀਡਿੰਗ ਆ ਘਟੂਗੀ ਜਾਂ ਵਧੂਗੀ ਜਾਂ ਰਿਮੇਨ ਅਨਇਨਫੈਕਟਿਡ ਰਹੂਗੀ ਜਾਂ ਡਿਪੈਂਡ ਕਰੂਗੀ ਐਟਮੋਸਫੇਰਿਕ ਪ੍ਰੈਸ਼ਰ ਤੇ। ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ। ਜਦੋਂ ਮੈਨ ਕਿਸੇ ਕੰਢੇ ਤੇ ਖੜਾ ਹੈ ਤਾਂ ਉਹਦੀ ਰੀਡਿੰਗ ਕੰਢੇ ਦੀ ਘਟੂਗੀ, ਬੀ ਆਨਸਰ ਹੋ ਜਾਊਗਾ ਆਪਣਾ। ਜਦੋਂ ਵੀ ਕੋਈ ਬੰਦਾ ਕੰਢੇ ਤੇ ਖੜਾ ਹੈ ਤੇ ਅੰਦਰ ਨੂੰ ਸਾਹ ਲੈ ਰਿਹਾ ਤਾਂ ਉਹਦੀ ਜਿਹੜੀ ਕੰਢੇ ਦੀ ਰੀਡਿੰਗ ਹੈ ਉਹ ਘਟੂਗੀ। ਇਹ यूपीपीसीएस 2014 ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈ। ਆਪਾਂ ਉਮੀਦ ਕਰ ਸਕਦੇ ਹਾਂ ਪੀਪੀਐਸਸੀ ਇਹਦੇ ਕੁਐਸਚਨ ਆਪਣੇ ਪੀਪੀਐਸਸੀ 2020 ਦੇ ਵਿੱਚ ਪੁੱਛ ਸਕਦੀ ਹੈ। ਸੋ ਆਪਾਂ ਹੁਣ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਨੈਕਸਟ ਹੈਗਾ ਵਿਚ ਆਫ ਦਾ ਫੋਲੋਇੰਗ ਇਜ਼ ਅ ਨਾਟ ਅ ਵੈਕਟਰ ਕੁਆਂਟੀਟੀ। ਇਹ 4 ਆਪਸ਼ਨ ਦਿੱਤੇ ਹੋਏ ਆਪਾਂ ਨੂੰ ਪੁੱਛਿਆ ਗਿਆ ਵੈਕਟਰ ਕੁਆਂਟੀਟੀ ਕਿਹੜੀ ਨਹੀਂ ਹੈਗੀ। ਆਪਾਂ ਤਾਂ ਪਹਿਲਾਂ ਤਾਂ ਪੜ੍ਹਦੇ ਹਾਂ ਵੀ ਵੈਕਟਰ ਸਕੇਲਰ ਦੇ ਵਿੱਚ ਫਰਕ ਹੈ। ਆਪਾਂ ਨੀਚੇ ਡੈਫੀਨੇਸ਼ਨ ਦੇ ਵਿੱਚ ਲਿਖਿਆ ਹੋਇਆ ਤੁਹਾਡੀ ਕਨਵੀਨੀਅੰਸ ਦੇ ਲਈ। ਦ ਸਕੇਲਰ ਕੁਆਂਟੀਟੀ ਇਜ਼ ਡਿਫਾਈਨਡ ਐਜ਼ ਦ ਕੁਆਂਟੀਟੀ ਦੈਟ ਹੈਜ਼ ਓਨਲੀ ਗੋਟ ਮੈਗਨੀਟਿਊਡ but no direction, whereas the vector quantity comprises both the magnitude and direction. ਸੋ ਜਿਹੜੀ ਆਪਣੀ ਵੈਕਟਰ ਕੁਆਂਟੀਟੀ ਹੁੰਦੀ ਹੈ ਉਹਦੇ ਕੋਲ ਮੈਗਨੀਟਿਊਡ ਵੀ ਹੁੰਦਾ ਤੇ ਡਾਇਰੈਕਸ਼ਨ ਵੀ ਹੁੰਦੀ ਹੈ। ਜਿਹੜੀ ਸਕੇਲਰ ਕੁਆਂਟੀਟੀ ਹੁੰਦੀ ਹੈ ਉਹਦੇ ਕੋਲ ਸਿਰਫ ਮੈਗਨੀਟਿਊਡ ਹੁੰਦਾ ਤੇ ਡਾਇਰੈਕਸ਼ਨ ਨਹੀਂ ਹੁੰਦੀ। ਸੋ ਆਪਾਂ ਨੂੰ ਐਗਜ਼ਾਮਪਲ ਦਿੱਤੇ ਹੋਏ ਆ ਜਿਹੜੀ ਆਪਣੀ ਵੈਕਟਰ ਕੁਆਂਟੀਟੀ ਦੇ ਡਾਇਰੈਕਸ਼ਨ ਡਿਸਪਲੇਸਮੈਂਟ ਹੁੰਦੀ ਹੈ, ਵੈਲੋਸਿਟੀ ਹੁੰਦੀ ਹੈ, ਫੋਰਸ ਹੈ ਆਰ ਦਾ ਐਗਜ਼ਾਮਪਲ ਆਫ ਦਾ ਵੈਕਟਰ ਕੁਆਂਟੀਟੀ ਵਾਈਲ ਦਾ ਵੋਲਿਊਮ ਇਜ਼ ਦਾ ਸਕੇਲਰ ਕੁਆਂਟੀਟੀ। ਇਸ ਡੈਫੀਨੇਸ਼ਨ ਦੇ ਆਧਾਰ ਤੇ ਆਪਾਂ ਆਨਸਰ ਨੂੰ ਕੱਢ ਸਕਦੇ ਹਾਂ ਵੀ ਕਿਹੜੀ ਵੈਕਟਰ ਕੁਆਂਟੀਟੀ ਇਹਨਾਂ ਚੋਂ ਹੈ ਨਹੀਂ ਗੀ। ਸੋ ਕਿਹੜੀ ਹੈ ਨਹੀਂ ਗੀ, ਇਹਨਾਂ ਚੋਂ ਵੋਲਿਊਮ ਹੈਗੀ ਹੈ ਸਿਰਫ ਉਹ ਵੈਕਟਰ ਕੁਆਂਟੀਟੀ ਹੈ ਨਹੀਂ ਗੀ, ਬਾਕੀ ਸਾਰੀਆਂ ਦੀਆਂ ਸਾਰੀਆਂ ਵੈਕਟਰ ਕੁਆਂਟੀਟੀ ਹੈਗੀਆਂ। ਜਿਵੇਂ ਕਿ ਡਿਸਪਲੇਸਮੈਂਟ ਹੈਗੀ ਹੈ, ਫੋਰਸ ਹੈਗੀ ਹੈ, ਵੈਲੋਸਿਟੀ ਹੈਗੀ ਹੈ, ਸਾਰੀਆਂ ਦੀਆਂ ਸਾਰੀਆਂ ਵੈਕਟਰ ਕੁਆਂਟੀਟੀ ਹੈਗੀਆਂ। ਵੈਕਟਰ ਕੁਆਂਟੀਟੀ ਦਾ ਮਤਲਬ ਕੀ ਹੁੰਦਾ, ਇਹਨਾਂ ਕੋਲ ਮੈਗਨੀਟਿਊਡ ਵੀ ਹੈਗਾ ਤੇ ਡਾਇਰੈਕਸ਼ਨ ਵੀ ਹੈਗੀ ਹੈ। ਸਕੇਲਰ ਕੁਆਂਟੀਟੀ ਕੋਲ ਸਿਰਫ ਮੈਗਨੀਟਿਊਡ ਹੁੰਦਾ ਤੇ ਡਾਇਰੈਕਸ਼ਨ ਨਹੀਂ ਹੁੰਦੀ। ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਨੈਕਸਟ ਹੈਗਾ ਵਿਚ ਆਫ ਦਾ ਫੋਲੋਇੰਗ ਇਜ਼ ਅ ਵੈਕਟਰ ਕੁਆਂਟੀਟੀ। ਫਿਰ ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ। ਆਪਾਂ ਆਲਰੇਡੀ ਪੂਰੀ ਡਿਟੇਲ ਦੇ ਵਿੱਚ ਪੜ੍ਹ ਚੁੱਕੇ ਹਾਂ ਵੀ ਵੈਕਟਰ ਕੁਆਂਟੀਟੀ ਕਿਹੜੀਆਂ ਹੁੰਦੀਆਂ ਕਿਹੜੀਆਂ ਨਹੀਂ ਹੁੰਦੀਆਂ। ਸੋ ਆਪਾਂ ਨੂੰ ਪੁੱਛਿਆ ਗਿਆ ਕਿਹੜੀ ਵੈਕਟਰ ਕੁਆਂਟੀਟੀ ਹੈਗੀ ਹੈ। ਸੋ ਸੀ ਆਪਣਾ ਆਨਸਰ ਹੋ ਜਾਊਗਾ। ਡਿਸਪਲੇਸਮੈਂਟ ਹੈਗੀ ਆ ਉਹ ਵੈਕਟਰ ਕੁਆਂਟੀਟੀ ਹੈਗੀ ਹੈ, ਬਾਕੀ ਸਾਰੀਆਂ ਦੀਆਂ ਸਾਰੀਆਂ ਸਕੇਲਰ ਕੁਆਂਟੀਟੀ ਹੈਗੀਆਂ। ਸਕੇਲਰ ਦੇ ਵਿੱਚ ਕਿਹੜੀਆਂ ਆ ਗਿਆ, ਟਾਈਮ, ਸਪੀਡ ਤੇ ਡਿਸਟੈਂਸ, ਇਹ ਸਾਰੀਆਂ ਸਕੇਲਰ ਦੇ ਵਿੱਚ ਆ ਜਾਂਦੀਆਂ। ਜਿਹੜੀਆਂ ਆਪਾਂ ਆਲਰੇਡੀ ਪੜ੍ਹ ਕੇ ਆਏ ਡਿਸਪਲੇਸਮੈਂਟ, ਵੈਲੋਸਿਟੀ ਤੇ ਜਿਹੜੀ ਆਪਣੀ ਫੋਰਸ ਹੈਗੀ ਹੈ
ਉਹ ਸਾਰੀਆਂ ਕਿਹਦੇ ਵਿੱਚ ਆ ਜਾਂਦੀਆਂ, ਵੈਕਟਰ ਕੁਆਂਟੀਟੀਜ਼ ਦੇ ਵਿੱਚ ਆ ਜਾਂਦੀਆਂ। ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਸੋ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਅ ਵੈਕਟਰ ਕੁਆਂਟੀਟੀ। ਫਿਰ ਵੈਕਟਰ ਸਕੇਲਰ ਤੇ ਕੁਐਸਚਨ ਹੈਗਾ, ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ, ਮੋਮੈਂਟਮ, ਪ੍ਰੈਸ਼ਰ, એનર્ਜੀ, ਵਰਕ। ਸੋ ਆਪਣੇ ਕੋਲ ਪੁੱਛਿਆ ਗਿਆ ਵੀ ਕਿਹੜੀ ਇਹਨਾਂ ਚੋਂ ਵੈਕਟਰ ਕੁਆਂਟੀਟੀ ਹੈਗੀ ਹੈ। ਸੋ ਆਪਣਾ ਆਂਸਰ ਆ ਜਾਊਗਾ ਮੋਮੈਂਟਮ ਹੈ ਜੀ, ਹੈਗੀ ਹੈ ਜਿਹੜੀ ਵੈਕਟਰ ਕੁਆਂਟੀਟੀ ਹੈਗੀ ਹੈ, ਬਾਕੀ ਦੀ ਸਾਰੀਆਂ ਸਕੇਲਰ ਕੁਆਂਟੀਟੀ ਹੈਗੀਆਂ। Momentum is a vector quantity while the rest of the option are scalar quantity. ਪ੍ਰੈਸ਼ਰ, એનર્ਜੀ, ਵਰਕ ਸਾਰੀਆਂ ਦੀਆਂ ਸਾਰੀਆਂ ਸਕੇਲਰ ਕੁਆਂਟੀਟੀ ਹੈਗੀਆਂ। ਸਕੇਲਰ ਕੁਆਂਟੀਟੀ ਨੂੰ ਤੁਸੀਂ ਧਿਆਨ ਨਾਲ ਪੈਨ ਡਾਊਨ ਵੀ ਕਰ ਸਕਦੇ ਹੋ। ਜਿਹੜੀ ਇਹਦੀ PDF ਹੈਗੀ ਹੈ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ। ਤੁਹਾਨੂੰ ਈਜ਼ੀ ਹੋ ਜਾਊਗਾ ਤੁਹਾਡੇ ਲਈ ਵੀ ਇਹਨਾਂ ਸਾਰੇ ਕੁਐਸਚਨਸ ਨੂੰ ਯਾਦ ਕਰਨਾ। ਬਾਕੀ ਤੁਸੀਂ ਇਹਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ, ਤੁਹਾਡੀ ਜਿਵੇਂ ਤੁਹਾਨੂੰ ਕਨਵੀਨੀਐਂਟ ਲੱਗਦਾ ਉਵੇਂ ਤੁਸੀਂ ਕਰ ਸਕਦੇ ਹੋ। ਸੋ ਆਪਣੇ ਕੋਲ ਪੁੱਛਿਆ ਗਿਆ ਵੀ ਵੈਕਟਰ ਕੁਆਂਟੀਟੀ ਕਿਹੜੀ ਹੈਗੀ ਹੈ। ਮੋਮੈਂਟਮ ਇਹਦੇ 'ਚੋਂ ਸਿਰਫ ਵੈਕਟਰ ਕੁਆਂਟੀਟੀ ਹੈਗੀ ਹੈ, ਬਾਕੀ ਸਾਰੀਆਂ ਸਕੇਲਰ ਕੁਆਂਟੀਟੀ ਹੈਗੀਆਂ। ਜਿਵੇਂ ਪ੍ਰੈਸ਼ਰ ਹੈਗਾ, એનર્ਜੀ ਹੈਗਾ, ਵਰਕ ਹੈਗਾ, ਸਾਰੀਆਂ ਦੀਆਂ ਸਾਰੀਆਂ ਸਕੇਲਰ ਕੁਆਂਟੀਟੀਜ਼ ਹੈਗੀਆਂ। ਸੋ ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਸੋ ਵਿਚ ਫਿਜ਼ੀਕਲ ਕੁਆਂਟੀਟੀ ਇਜ਼ ਰਿਪਰੈਜ਼ੈਂਟਡ ਬਾਈ ਦਾ ਰੇਸ਼ੀਓ ਆਫ ਦਾ ਮੋਮੈਂਟਮ ਐਂਡ ਦਾ ਵੈਲੋਸਿਟੀ। ਕਿਹੜੀ ਹੈ ਜੀ ਫਿਜ਼ੀਕਲ ਕੁਆਂਟੀਟੀ ਹੈ ਜਿਹੜਾ ਰਿਪਰੈਜ਼ੈਂਟ ਕਰਦੀ ਹੈ ਮੋਮੈਂਟਮ ਤੇ ਵੈਲੋਸਿਟੀ ਦਾ ਰੇਸ਼ੋ। ਸੋ ਆਪਾਂ ਨੂੰ ਸਿਰਫ ਮਾਸ ਹੈ ਜੀ ਹੈਗੀ ਹੈ। ਜਦੋਂ ਆਪਾਂ ਮੋਮੈਂਟਮ ਕੀ ਹੁੰਦਾ ਤੁਹਾਨੂੰ ਪਤਾ ਹੋਣਾ ਚਾਹੀਦਾ, ਮੋਮੈਂਟਮ ਹੁੰਦਾ ਮਾਸ ਇਨਟੂ ਵੈਲੋਸਿਟੀ। ਜਦੋਂ ਆਪਾਂ ਵੈਲੋਸਿਟੀ ਦੇ ਨਾਲ ਉਹਨੂੰ ਡਿਵਾਈਡ ਕਰ ਦੇਵਾਂਗੇ ਤਾਂ ਆਂਸਰ ਆ ਜਾਊਗਾ ਮਾਸ। ਸੋ ਆਪਾਂ ਫੇਰ ਰਿਪੀਟ ਕਰ ਦਿੰਦੇ ਹਾਂ। ਆਪਾਂ ਨੂੰ ਪੁੱਛਿਆ ਗਿਆ ਵੀ ਕਿਹੜੀ ਹੈ ਜੀ ਕੁਆਂਟੀਟੀ ਹੈਗੀ ਹੈ ਜਿਹੜਾ ਰੇਸ਼ੋ ਰਿਪਰੈਜ਼ੈਂਟ ਕਰ ਰਹੀ ਹੈ ਮੋਮੈਂਟਮ ਤੇ ਵੈਲੋਸਿਟੀ ਦਾ। ਜਦੋਂ ਮੋਮੈਂਟਮ ਨੂੰ ਆਪਾਂ ਵੈਲੋਸਿਟੀ ਨਾਲ ਡਿਵਾਈਡ ਕਰਾਂਗੇ ਸਿਰਫ ਆਪਣੇ ਕੋਲ m ਰਹਿ ਜਾਊਗਾ, ਮਤਲਬ ਮਾਸ ਰਹਿ ਜਾਊਗਾ। ਸੋ ਆਪਣਾ ਆਂਸਰ ਆ ਜਾਊਗਾ C, ਮਾਸ। ਮੋਮੈਂਟਮ ਕੀ ਹੁੰਦਾ, ਮਾਸ ਇਨਟੂ ਵੈਲੋਸਿਟੀ। ਵੈਲੋਸਿਟੀ ਦੇ ਨਾਲ ਜਦੋਂ ਡਿਵਾਈਡ ਕਰਾਂਗੇ ਮੋਮੈਂਟਮ ਨੂੰ ਤਾਂ ਆਪਣੇ ਕੋਲ ਸਿਰਫ ਮਾਸ ਰਹਿ ਜਾਊਗਾ। ਸੋ ਆਪਣਾ ਆਂਸਰ ਵੀ ਮਾਸ ਹੋ ਜਾਊਗਾ। ਸੋ ਪੜ੍ਹ ਵੀ ਲੈਂਦੇ ਹਾਂ। ਮੋਮੈਂਟਮ ਇਜ਼ ਅ ਵੈਕਟਰ ਕੁਆਂਟੀਟੀ ਦੈਟ ਇਜ਼ ਦਾ ਪ੍ਰੋਡਕਟ ਆਫ ਦਾ ਮਾਸ ਐਂਡ ਦਾ ਵੈਲੋਸਿਟੀ ਆਫ ਦਾ ਆਬਜੈਕਟ ਔਰ ਅ ਪਾਰਟੀਕਲ। ਸੋ ਇਹ ਸੀਗਾ ਆਪਣਾ ਨੈਕਸਟ ਕੁਐਸਚਨ। ਆਪਾਂ ਹੁਣ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਫੋਰਸ ਇਜ਼ ਦਾ ਪ੍ਰੋਡਕਟ ਆਫ। ਬਹੁਤ ਹੀ ਬੇਸਿਕ ਜਿਹਾ ਕੁਐਸਚਨ ਹੈਗਾ, ਆਪਾਂ ਬੇਸਿਕ ਤੋਂ ਲੈ ਕੇ ਐਡਵਾਂਸ ਕੁਐਸਚਨ ਸਾਰੇ ਪੜਾਂਗੇ। ਸੋ ਫੋਰਸ ਹੈਗਾ ਪ੍ਰੋਡਕਟ ਮਾਸ ਇਨਟੂ ਐਕਸਲੇਸ਼ਨ ਦਾ। ਫੋਰਸ ਇਜ਼ ਅ ਪ੍ਰੋਡਕਟ ਆਫ ਮਾਸ ਇਨਟੂ ਐਕਸਲੇਸ਼ਨ। ਫੋਰਸ ਦੀ ਜਿਹੜੀ ਯੂਨਿਟ ਹੈਗੀ ਹੈ ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ, ਕਿਉਂਕਿ ਆਪਾਂ ਫੋਰਸ ਦੀ ਜਿਹੜੀ ਯੂਨਿਟਸ ਹੈਗੀਆਂ ਆਪਾਂ ਪਹਿਲਾਂ ਜਿਹੜਾ ਆਪਣਾ ਲੈਕਚਰ ਸੀਗਾ ਮੇਜ਼ਰਮੈਂਟ ਐਂਡ ਯੂਨਿਟ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਡਿਟੇਲ ਵੇ ਦੇ ਵਿੱਚ ਆਪਾਂ ਕੀਤੀ ਹੋਈ ਹੈ। ਸੋ ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਨੈਕਸਟ ਹੈਗਾ એનર્ਜੀ ਕੰਜ਼ਰਵੇਸ਼ਨ ਮੀਨ। એનર્ਜੀ ਕੰਜ਼ਰਵੇਸ਼ਨ ਦਾ ਮਤਲਬ ਕੀ ਹੁੰਦਾ, ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ। ਜਨਰੇਸ਼ਨ ਐਂਡ ਦਾ ਡਿਸਟਰਕਸ਼ਨ ਆਫ ਦਾ એનર્ਜੀ। એનર્ਜੀ ਕੁਡ ਬੀ ਕ੍ਰੀਏਟਿਡ, એનર્ਜੀ could not be created but destroyed, energy can neither be created nor be destroyed। ਸੋ ਜਿਹੜਾ ਆਪਣਾ ਆਂਸਰ ਹੋ ਜਾਊਗਾ D ਹੋ ਜਾਊਗਾ, એનર્ਜੀ can neither be created nor be destroyed। ਜਿਹੜਾ એનર્ਜੀ ਕੰਜ਼ਰਵੇਸ਼ਨ ਦਾ ਮਤਲਬ ਇਹੀ ਹੁੰਦਾ ਕਿ એનર્ਜੀ ਨਾ ਤਾਂ ਕ੍ਰੀਏਟ ਕੀਤੀ ਜਾ ਸਕਦੀ ਹੈ ਨਾ ਡਿਸਟਰੋਏ ਕੀਤੀ ਜਾ ਸਕਦੀ ਹੈ। ਆਪਾਂ ਪੜ੍ਹ ਵੀ ਲੈਂਦੇ ਹਾਂ ਇਹਨੂੰ। The law of the conservation of energy states that the energy can neither be created nor be destroyed, rather it can only be transferred or the transfer from the one form to another। ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਕਨਵਰਟ ਕੀਤੀ ਜਾ ਸਕਦੀ ਹੈ, ਨਾ ਇਹਨੂੰ ਬਣਾਇਆ ਜਾ ਸਕਦਾ ਨਾ ਨਾ ਬਣਾਇਆ ਜਾ ਸਕਦਾ ਨਾ ਇਹਨੂੰ ਤੋੜਿਆ ਜਾ ਸਕਦਾ। ਸੋ ਇਹ ਸੀਗਾ એનર્ਜੀ ਕੰਜ਼ਰਵੇਸ਼ਨ ਦਾ ਮੀਨਿੰਗ। ਸੋ ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਨੈਕਸਟ ਹੈਗਾ ਸਾਈਕਲਸ ਇਨ ਦਾ ਕਾਰ ਯੂਜ਼ ਬਾਲ ਬੀਅਰਿੰਗ ਬਿਕੋਜ਼। ਜਿਹੜੇ ਸਾਈਕਲ ਤੇ ਕਾਰ ਹੈਗੇ ਆ ਬਾਲ ਬੀਅਰਿੰਗ ਯੂਜ਼ ਕਰਦੇ ਆ। ਕਿਉਂ ਕਰਦੇ ਆ ਬਾਲ ਬੀਅਰਿੰਗ ਯੂਜ਼? ਆਪਾਂ ਨੂੰ ਆਪਸ਼ਨ ਦਿੱਤੇ ਹੋਏ 4। ਦ ਐਕਚੁਅਲ ਏਰੀਆ ਆਫ ਕੰਟੈਕਟ ਬਿਟਵੀਨ ਦ ਵੀਲ ਐਂਡ ਦ ਐਕਸਲ ਇਨਕਰੀਜ਼ਡ। ਦ ਇਫੈਕਟਿਵ ਏਰੀਆ ਆਫ ਦ ਕੰਟੈਕਟ ਬਿਟਵੀਨ ਦ ਵੀਲ ਐਂਡ ਦ ਐਕਸਲ ਇਜ਼ ਇਨਕਰੀਜ਼ਡ। The effective area of the contact between the wheel and the axle is reduced। ਸੋ ਆਪਣਾ ਆਂਸਰ ਹੋ ਜਾਊਗਾ ਜਦੋਂ ਇਫੈਕਟਿਵ ਏਰੀਆ ਆਫ ਕੰਟੈਕਟ ਵੀਲ ਤੇ ਐਕਸਲ ਦੇ ਵਿੱਚ ਘਟ ਜਾਂਦਾ ਹੈ ਤਾਂ ਇਸ ਲਈ ਯੂਜ਼ ਕੀਤੇ ਜਾਂਦੇ ਆ ਬਾਲ ਬੀਅਰਿੰਗ। ਘਟਣ ਦੇ ਨਾਲ ਕੀ ਹੁੰਦਾ, ਆਪਣਾ ਫ੍ਰਿਕਸ਼ਨ ਦਾ ਜਿਹੜਾ ਅਮਾਊਂਟ ਆ ਉਹ ਵੀ ਘਟ ਜਾਂਦਾ ਹੈ, ਤਾਂ ਆਪਾਂ ਜਿਹੜੀ ਚੀਜ਼ ਹੈਗੀ ਹੈ ਸਮੂਥਲੀ ਮੂਵ ਕਰਦੀ ਆ। ਆਪਾਂ ਥੱਲੇ ਡੈਫੀਨੇਸ਼ਨ ਦੇ ਵਿੱਚ ਵੀ ਪੜ੍ਹ ਲੈਂਦੇ ਆ। The purpose of the ball bearing is to reduce rotational friction and the support radial and the axle loads। Due to the ball bearing, the effective area of the contact between the wheel and the axle is reduced and hence the friction force also reduced। ਸੋ ਇਹ ਸੀਗਾ ਕਨਸੈਪਟ ਆਪਣਾ ਜਿਹੜਾ ਬਾਲ ਬੀਅਰਿੰਗ ਦਾ। ਜਿਹੜਾ ਬਾਲ ਬੀਅਰਿੰਗ ਦੇ ਨਾਲ ਕੀ ਹੁੰਦਾ, ਏਰੀਆ ਆਫ ਕੰਟੈਕਟ ਘਟ ਜਾਂਦਾ, ਜਿਹਦੇ ਕਰਕੇ ਜਿਹੜੀ ਆਪਣੀ ਫ੍ਰਿਕਸ਼ਨ ਫੋਰਸ ਆ ਉਹ ਵੀ ਘਟ ਜਾਂਦੀ ਹੁੰਦੀ ਹੈ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਦ ਸੈਪਰੇਸ਼ਨ ਆਫ ਦ ਕਰੀਮ ਫਰੋਮ ਦ ਮਿਲਕ ਬਾਈ ਦ ਚਰਨਿੰਗ ਇਜ਼ ਡਿਊ ਟੂ। ਜਿਹੜਾ ਆਪਣਾ ਮਿਲਕ ਤੇ ਬਟਰ ਅੱਡ ਹੋ ਜਾਂਦਾ ਹੈ ਜਾਂ ਮਿਲਕ ਤੇ ਕਰੀਮ ਅੱਡ ਹੋ ਜਾਂਦੀ ਹੈ, ਕਿਹੜੇ ਪ੍ਰੋਸੈਸ ਦੁਆਰਾ ਜਾਂ ਕਿਹੜੀ ਫੋਰਸ ਦੁਆਰਾ ਅੱਡ ਕੀਤੀ ਜਾਂਦੀ ਹੈ? ਆਪਾਂ ਨੂੰ 4 ਫੋਰਸਿਸ ਦੇ ਨਾਮ ਦਿੱਤੇ ਹੋਏ ਆ। ਗ੍ਰੈਵੀਟੇਸ਼ਨ ਫੋਰਸ, ਕੋਹੈਸਿਵ ਫੋਰਸ, ਸੈਂਟਰੀਫਿਊਗਲ ਫੋਰਸ, ਨਨ ਆਫ ਦੀ ਅਬਵ। ਜਿਹੜੀ ਆਪਣੀ ਮਿਲਕ ਦੀ ਸੈਪਰੇਸ਼ਨ ਹੈਗੀ ਹੈ ਕਰੀਮ ਨਾਲੋਂ ਕਿਹੜੀ ਫੋਰਸ ਦੁਆਰਾ ਹੁੰਦੀ ਹੈ? ਸੈਂਟਰੀਫਿਊਗਲ ਫੋਰਸ ਦੁਆਰਾ। ਇਹ ਸੀ ਆਪਣਾ ਅੱਜ ਦਾ ਲੈਕਚਰ। ਅਗਰ ਤੁਹਾਨੂੰ ਲੈਕਚਰ ਵਧੀਆ ਲੱਗਿਆ ਹੋਵੇ, ਸਾਡੇ ਪੜ੍ਹਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ।
ਜਿਹੜੇ ਸਾਡੇ ਫਰਦਰ ਅਪਡੇਟਸ ਹੈ ਉਹ ਸਾਰੇ ਚੈਨਲ ਤੇ ਤੁਸੀਂ ਪਹਿਲਾਂ ਪਾ ਸਕਦੇ ਹੋ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਆਪਣੇ ਰਿਵਿਊਜ਼ ਵੀ ਦਿਓ ਕਮੈਂਟ ਸੈਕਸ਼ਨ ਦੇ ਵਿੱਚ। ਸੋ ਥੈਂਕ ਯੂ ਸੋ ਮਚ।